Good evening. Today's topic is noun. Let's know the meaning of noun first. Noun is a word that describes a name of person, animal, thing or place. ਕਿ noun ਜਿਹੜੇ ਹੈ ਉਹ ਸ਼ਬਦ ਨੇ ਜਿਹੜੇ ਕਿ ਕਿਸੇ ਵੀ ਵਸਤੂ ਦਾ ਨਾਮ ਹੋ ਸਕਦਾ ਹੈ, ਕੋਈ ਜਗ੍ਹਾ ਦਾ ਨਾਮ ਹੋ ਸਕਦਾ ਹੈ, ਕੋਈ ਵੀ ਵਿਚਾਰ ਜਾਂ ਕੋਈ ਵੀ ਚੀਜ਼, ਪਰਸਨ ਕਿਸੇ ਵੀ ਆਦਮੀ ਦਾ ਨਾਮ, ਐਨੀਮਲ ਕਿਸੇ ਵੀ ਜਾਨਵਰ ਦਾ ਨਾਮ, ਥਿੰਗ ਕਿਸੇ ਵੀ ਚੀਜ਼ ਦਾ ਨਾਮ ਔਰ ਪਲੇਸ ਜਾਂ ਜਗ੍ਹਾ ਦਾ ਨਾਮ ਹੋ ਸਕਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਕਿਸੇ ਪਰਸਨ, ਐਨੀਮਲ, ਥਿੰਗ ਔਰ ਪਲੇਸ ਦਾ ਨਾਮ ਜਿਹੜਾ ਦੱਸਦੇ ਨੇ, ਉਹ ਵਰਡਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਨਾਮ। ਨਾਮ ਨੂੰ ਪੰਜਾਬੀ ਵਿੱਚ ਨਾਮ ਕਹਿੰਦੇ ਨੇ ਤੇ ਹਿੰਦੀ ਵਿੱਚ ਸੰਗਿਆ ਕਹਿੰਦੇ ਨੇ। ਨਾਓ go. Now look at these persons, these cards. This is person, name of a person. Now this is the picture of a boy, and the boy name is Raj. So Raj is the name of a person. So this is a noun. Now the second picture is, this is a girl, and I have given the name Rani. I have given her the name Rani. Rani is a girl, so her name is Rani. So it is a name of a person. Place means jagah. Now this is a house किसी जगह का नाम है. So this is a noun. And the second is beach, समुद्री किनारा. So ये भी जड़ी है वो जगह का नाम है, इस करके this is the name of a place. So this is a noun. Third is animal. Animal means जानवर. Now this is the picture of turtle. Turtle means kachukuma. This is animal. So this is the name of a animal. So this is noun. And this is the picture of pig. Pig is also a noun. Next is thing. Thing means चीज़ां, वस्तुआं. Now these are the pencils. These are the pencils. Pencils ਜਿਹੜੀ ਹੈ ਉਹ ਕਿਸੇ ਚੀਜ਼ ਦਾ ਨਾਮ ਹੈ, ਇਸ ਕਰਕੇ ਇਹ ਵੀ ਕੀ ਹੈ? ਨਾਮ. Bat and ball. So bat is the thing. Ball is also a thing. So these are the names of the things. So these all are the names of a noun. So definition of noun is, noun it is the name of a person, place, animal or thing. Now let's start with the types of noun. So first type is common noun. Common noun means जातिवाचक नाउन. वो शब्द जो अपनी जाति या वर्ग, किसी एक वर्ग के बारे दसते हैं, उन्होंने ਅਸੀਂ common noun ਕਹਿੰਦੇ ਆ. ਜਿਸ ਤਰ੍ਹਾਂ boy, cat, car, pencil. ਇਹ ਸਾਰੇ ਕੀ ਨੇ? ਇੱਕ ਵਰਗ ਦੀ ਚੀਜ਼ਾਂ ਨੇ. ਮੀਨਸ ਕਿ ਇਹਦੇ ਵਿੱਚ ਮੈਂ ਕੋਈ ਵੀ ਕਾਰਡ ਦਾ, ਸਪੈਸ਼ਲ ਕਾਰਡ ਦਾ ਨਾਂ ਨਹੀਂ ਲਿਆ. ਕੋਈ ਪੈਨਸਲ ਦਾ ਜਿਹੜੀ ਪੈਨਸਲ ਜਿਹੜੀ ਉਹ ਸਿੰਪਲ ਪੈਨਸਲ ਦੇ ਹੈ, ਇਹਦੇ ਵਿੱਚ ਕਿਸੇ ਵੀ ਕੈਟਾਗਰੀ ਜਾਂ ਉਸਦੀ ਕੋਈ ਵੀ ਬ੍ਰਾਂਡ ਦਾ ਨਾਂ ਨਹੀਂ ਦੱਸਿਆ. ਇਸ ਕਰਕੇ ਇਹ ਸਾਰੇ ਕੀ ਨੇ? ਕਾਮਨ ਨਾउन ਨੇ. ਇਟ ਮੀਨਸ ਕਾਮਨ ਨਾउन ਡਿਨੋਟਸ ਐਨੀ ਪਰਸਨ, ਪਲੇਸ ਔਰ ਥਿੰਗ ਆਫ ਦ ਸੇਮ ਕਾਈਂਡ. ਸੋ ਜਿਹੜੇ ਕਿ ਇੱਕ ਹੀ ਵਰਗ ਦੇ ਜਿਹੜੇ ਚੀਜ਼ਾਂ ਦੇ ਬਾਰੇ ਦੱਸਦੇ ਨੇ, ਉਹਨਾਂ ਨੂੰ ਅਸੀਂ ਜਾਤੀਵਾਚਕ ਨਾउन ਕਹਿੰਦੇ ਹਾਂ. ਨਾउ ਇਹਦੇ ਵਿੱਚ ਬॉय ਜਾਤੀਵਾਚਕ ਨਾउन ਦੀ ਜਿਹੜੀ ਕਾਮਨ ਨਾउन ਦੀ ਜਿਹੜੀਆਂ ਹੈਗੀਆਂ ਨੇ, ਉਹ ਹੈ ਬॉय. ਜਿਸ ਅਸੀਂ ਉੱਪਰ ਦੇਖਿਆ ਕਿ ਬॉय ਗਰਲ. ਇਹਦੇ ਵਿੱਚ ਤਾਂ ਮੈਂ ਨਾਂ ਲਿਖਤਾ ਸੀਗਾ ਰਾਜ ਤੇ ਰਾਣੀ. ਇਸ ਕਰਕੇ ਇਹ ਜਿਹੜੇ ਹੈ ਕਿਸੇ ਸਪੈਸ਼ਲ ਦਾ ਨਾਂ ਆ ਗਿਆ, ਪਰ ਜਿਵੇਂ ਇਸ ਨੂੰ ਅਸੀਂ ਬॉय ਜਾਂ ਗਰਲ ਪੜਾਂਗੇ ਤਾਂ ਇਹ ਕਿਹਦੇ ਚ ਆਉਣਗੇ? ਕਾਮਨ ਨਾउन ਚ ਆ ਜਾਣਗੇ. ਸੈਕਿੰਡ ਹੈ ਪ੍ਰੋਪਰ ਨਾउन. ਹੁਣ ਪ੍ਰੋਪਰ ਨਾउन ਮੀਨਸ ਪ੍ਰੋਪਰ ਦਾ ਨਾਂ ਹੀ ਜਿਸ ਤਰ੍ਹਾਂ ਪਤਾ ਹੈ ਕਿ ਖਾਸ ਨਾउन. ਇਹ ਉਹ ਵਿਅਕਤੀ ਜਾਂ ਉਹ ਜਾਨਵਰ ਦਾ ਜਾਂ ਚੀਜ਼ਾਂ ਦਾ ਜਾਂ ਜਗ੍ਹਾ ਦਾ ਨਾਮ ਦੱਸਦੇ ਨੇ ਜਿਹਦਾ ਕਿਸੇ ਖਾਸ ਨਾਮ ਹੈ, ਜਿਹੜੀਆਂ ਚੀਜ਼ਾਂ ਦਾ ਖਾਸ ਨਾਮ ਹੁੰਦਾ ਹੈ, ਉਹਨਾਂ ਨੂੰ ਅਸੀਂ ਪ੍ਰੋਪਰ ਕਾਮਨ ਨਾउन ਜਿਹੜਾ ਉਹ ਕਹਿ ਦਿੰਦੇ ਹਾਂ. ਜਿਸ ਤਰ੍ਹਾਂ ਇੱਥੇ ਮੈਂ ਹੁਣ ਇਹੀ ਆਪਾਂ ਡੈਫੀਨੇਸ਼ਨ ਦੇਖਦੇ ਹਾਂ. ਜਿਸ ਤਰ੍ਹਾਂ ਇੱਥੇ ਮੁੰਡੇ ਦਾ ਨਾਂ, ਬॉय ਦਾ ਨਾਂ ਅਸੀਂ ਰਾਜ ਕਿਹਾ ਸੀਗਾ. ਨਾਓ ਰਾਜ ਇਜ਼ ਦ ਨੇਮ ਆਫ ਅ ਬॉय. Raj is the name of a boy, so this is proper noun. Here Rani is the name of girl, so Rani is the proper noun. It means कि proper noun की फिर definition की सी लगाएंगे. Proper noun is the
special name of a person, place, animal or a thing. ਅਸੀਂ common noun ਤੇ proper noun 'ਚ ਫਰਕ ਕੀ ਹੈ ਕਿ ਦੋਵਾਂ 'ਚ ਇਹ ਫਰਕ ਹੈ ਕਿ ਅਗਰ boy ਜਾਂ girl ਦਾ ਅਸੀਂ ਨਾਮ ਲਵਾਂਗੇ ਤੇ ਉਹ ਜਿਹੜੇ boy ਤੇ girl proper noun ਹੋ ਜਾਣਗੇ। ਅਗਰ ਅਸੀਂ simply boy ਔਰ girl ਬੋਲਦੇ ਹਾਂ ਤੇ ਉਹ ਜਿਹੜੇ common noun ਹੋ ਜਾਣਗੇ। Now third one is the collective noun, collection. Collection means group. ਜਿਸ ਤਰ੍ਹਾਂ ਕਿ ਇਹਦਾ ਮਤਲਬ ਹੈ ਕਿ collection ਜਾਂ group names that these collection ਜਿਹੜੀ ਹੈ ਉਹ group ਵਾਸਤੇ ਜਿਹੜੇ ਯੂਜ਼ ਕੀਤੇ ਜਾਂਦੇ, group words ਵਾਸਤੇ ਯੂਜ਼ ਕੀਤੀ ਜਾਂਦੀ ਹੈ ਕਿ ਜਿਹਨੂੰ ਪੰਜਾਬੀ 'ਚ ਅਸੀਂ ਇਹਨੂੰ ਇਕੱਠਵਾਚਕ ਨਾਮ ਜਿਹੜੇ ਉਹ ਕਹਿੰਦੇ ਹਾਂ। ਇਹ ਕਿਸੇ ਵੀ ਪਰਸਨ, ਪਲੇਸ, ਐਨੀਮਲ ਔਰ ਥਿੰਗਸ ਦੇ ਇੱਕ ਗਰੁੱਪ ਬਾਰੇ ਦੱਸਦਾ ਹੈ, ਮੀਨਸ ਕਲੈਕਸ਼ਨ ਬਾਰੇ ਦੱਸਦਾ ਹੈ, ਇਕੱਠ ਬਾਰੇ ਦੱਸਦਾ ਹੈ। ਇਸ ਕਰਕੇ ਇਹਦਾ ਨਾਮ ਜਿਹੜਾ ਉਹ ਅਸੀਂ ਕਲੈਕਟਿਵ ਨਾਮ ਪਾਇਆ। ਜਿਸ ਤਰ੍ਹਾਂ ਕਿ ਇਹ ਬੰਚ ਆਫ ਗ੍ਰੇਪਸ, ਦਿਸ ਇਜ਼ ਦ ਗ੍ਰੇਪਸ, ਇਹ ਤੇ ਗੁੱਛਾ ਬਣਿਆ ਹੋਇਆ, ਇਸ ਕਰਕੇ ਅਸੀਂ ਇਹ ਕਲੈਕਟਿਵ ਨਾਮ 'ਚ ਆ ਜਾਏਗਾ। ਇਸੇ ਤਰ੍ਹਾਂ ਹੀ ਦਿਸ ਇਜ਼ ਦ ਐਗਜ਼ਾਮਪਲ ਆਫ ਆਲਸੋ ਬੰਚ ਆਫ ਕੀਜ਼, ਇਹ ਵੀ ਜਿਹੜਾ ਚਾਬੀਆਂ ਦਾ ਇੱਕ ਗੁੱਛਾ ਬਣਿਆ ਹੈ, ਇਸ ਕਰਕੇ ਇਹ ਵੀ ਜਿਹੜਾ ਉਹ ਕਲੈਕਟਿਵ ਨਾਮ ਦੇ ਵਿੱਚ ਆਏਗਾ। ਬੰਚ ਆਫ ਗ੍ਰੇਪਸ ਔਰ ਬੰਚ ਆਫ ਕੀਜ਼, ਇਹ ਦੋਨੋਂ ਜਿਹੜੇ ਨੇ ਕਲੈਕਟਿਵ ਨਾਮ ਚੱਲਦੇ ਨੇ। ਜਿਸ ਇਹਦੇ ਵਿੱਚ ਹੋਰ ਵੀ ਅਸੀਂ ਐਗਜ਼ਾਮਪਲ ਦੇ ਸਕਦੇ ਹਾਂ। ਆਰਮੀ, ਆਰਮੀ ਮੀਨਸ ਸੈਨਾ। ਹੁਣ ਇਹਦੇ ਵਿੱਚ ਇੱਕ ਸੈਨਾ ਵਿੱਚ ਇੱਕ ਸਿਪਾਹੀ ਨਹੀਂ ਹੁੰਦਾ, ਦੇਰ ਆਰ ਸੋ ਮੈਨੀ ਸੋਲਜਰਸ, ਸੋ ਆਰਮੀ ਇਜ਼ ਦ ਕਲੈਕਸ਼ਨ ਆਫ ਸੋਲਜਰਸ। ਸੋ ਆਰਮੀ ਇਜ਼ ਅ ਵਰਡ that is the collective noun. Next is the material noun. Material noun means ਪੰਜਾਬੀ ਚ ਅਸੀਂ ਇਹਨੂੰ ਕਹਿੰਦੇ ਹਾਂ ਪਦਾਰਥਵਾਚਕ ਨਾਉਨ। It is the name of the material of which something is made. ਪਦਾਰਥਵਾਚਕ ਨਾਉਨ ਜਿਸ ਤਰ੍ਹਾਂ ਕੋਈ ਹੋਰ ਚੀਜ਼ ਬਣ ਜਾਏ, ਜਿਸ ਤਰ੍ਹਾਂ ਮਿਲਕ ਹੈ, ਮਿਲਕ ਤੋਂ ਅਸੀਂ ਕਈ ਚੀਜ਼ਾਂ ਬਣਾ ਲੈਂਦੇ ਹਾਂ। ਦੁੱਧ, ਮਿਲਕ ਤੋਂ ਅਸੀਂ ਦਹੀਂ, ਮੱਖਣ, ਪਨੀਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣ ਜਾਂਦੀਆਂ ਇਹਦੇ ਤੋਂ। ਸੋ ਮਿਲਕ ਇਜ਼ ਦ ਮਟੀਰੀਅਲ ਨਾਉਨ। ਗੋਲਡ, ਸਿਲਵਰ, ਸੋਨਾ, ਚਾਂਦੀ, ਜਿਸ ਅਸੀਂ ਜਿਹੜੇ ਆਰਨਾਮੈਂਟਸ ਬਣਾਉਂਦੇ ਹਾਂ, ਗਹਿਣੇ ਬਣਾਉਂਦੇ ਹਾਂ, ਇਸ ਕਰਕੇ ਮਟੀਰੀਅਲ ਨਾਉਨ ਉਹ ਨਾਉਨ ਨੇ ਜਿਹਦੇ ਤੋਂ ਕੋਈ ਹੋਰ ਚੀਜ਼ ਬਣ ਜਾਂਦੀ ਹੈ, ਇਸ ਕਰਕੇ ਇਹਨਾਂ ਨੂੰ ਮਟੀਰੀਅਲ ਨਾਉਨ ਕਿਹਾ ਜਾਂਦਾ ਹੈ। ਨੈਕਸਟ ਇਜ਼ ਐਬਸਟਰੈਕਟ ਨਾਉਨ। ਐਬਸਟਰੈਕਟ ਮੀਨਸ ਭਾਵਵਾਚਕ ਨਾਉਨ। Abstract noun is the name of emotions, ideas or quality that we can't see or touch, we can only feel them. ਇਹ ਉਹ words ਨੇ ਜਿਨ੍ਹਾਂ ਨੂੰ ਅਸੀਂ ਸਿਰਫ ਫੀਲ ਕਰ ਸਕਦੇ ਹਾਂ, ਅਸੀਂ ਜਿਹੜਾ ਇਹਨਾਂ ਨੂੰ ਫੜ ਨਹੀਂ ਸਕਦੇ, ਸਿਰਫ ਇਹਨਾਂ ਨੂੰ ਅਸੀਂ ਜਿਹੜੀ ਹੈ ਮਹਿਸੂਸ ਕਰ ਸਕਦੇ ਹਾਂ, ਇਹਨਾਂ ਨੂੰ ਅਸੀਂ ਫੜ ਨਹੀਂ ਸਕਦੇ, ਇਹਨਾਂ ਨੂੰ ਅਸੀਂ ਦੇਖ ਨਹੀਂ ਸਕਦੇ। ਜਿਸ ਤਰ੍ਹਾਂ boy smiling, now smile ਨੂੰ ਅਸੀਂ ਸਿਰਫ ਦੇਖ ਸਕਦੇ ਹਾਂ ਪਰ ਅਸੀਂ ਇਹਨੂੰ ਜਿਹੜਾ ਫੜ ਨਹੀਂ ਸਕਦੇ। ਸੋ now this is angry emotion ਹੈ ਜਿਹੜੇ ਦੇ ਵਿੱਚ ਆ ਰਿਹਾ ਹੈ ਕਿ ਐਂਗਰੀ ਜਿਹੜਾ ਅਸੀਂ ਐਂਗਰੀਪਨ ਨੂੰ ਇਹਦੇ ਫੜ ਨਹੀਂ ਸਕਦੇ, ਇਹਦੇ ਜਿਹੜਾ ਗੁੱਸੇ ਨੂੰ ਅਸੀਂ ਫੜ ਨਹੀਂ ਸਕਦੇ, ਪਰ ਅਸੀਂ ਇਸ ਨੂੰ ਜਿਹੜਾ ਮਹਿਸੂਸ ਕਰ ਸਕਦੇ ਹਾਂ, ਇਸ ਕਰਕੇ ਇਹ ਵੀ ਜਿਹੜਾ ਕੀ ਹੈ ਐਬਸਟਰੈਕਟ ਨਾਉਨ। Now we have discussed the types of noun. So I have made the common, proper noun, collective noun, material noun and abstract noun, and I have made some slips. So we will see that which slip goes into which cup. So first one is crying. Now we will see its type. Which type of this noun is crying? Because it is emotion, so it will go into abstract noun. Second one is butterfly. Butterfly is the name of a bird, so butterfly is the name of an insect, so it will go into a common noun. Now it's a bunch of keys. Now again it is a collection of keys, so it will go into a collective noun. Here is a picture of a girl and I have given her the name Riya, so it will go into which box? It will go into proper noun. Now this is the picture of a table. Table is the name of a thing, so it will go into a common. Now this is the picture of a ring. Now this ring is made of gold, so it will go into material noun. This is the picture of a boy sit. So now this will go into the
Which glass? Into proper noun. Sad. Now this is again a motion or a feeling. We can't touch it, we can only feel this, so it will go into abstract noun. Woman. Woman. Now this is a picture of a lady, so there is no special name given to this lady, so it will go into a common noun. Again, a man, this will also go into a common noun. Bunch of grapes, this is again into collective noun. Happy, this will go into an abstract noun. Angry, this will also go into abstract noun, because these are all feelings and we can't touch them, we can only feel them. Now this is a store, it's a house, so it will go into common noun because it is not the special name given to it. Love, now this is also a feeling, we only feel, we can't touch it, so it will also go into the abstract noun. I hope all of you have understood this. Okay, thank you.